गुड मॉर्निंग स्टूडेंट्स आई होप कि तुसीं ਜਿਹੜੇ ਪਹਿਲਾ ਟੌਪਿਕ ਸੀਗੇ ਉਹ ਬਹੁਤ ਹੀ ਕਲੀਅਰਲੀ ਸਮਝਿਆ, ਉਹਨਾਂ ਦੀ ਰਿਵੀਜ਼ਨ ਵੀ ਹੋ ਗਈ ਆ। ਸੋ ਅੱਜ ਆਪਾਂ ਨੈਕਸਟ ਟੌਪਿਕ ਆ ਜਿਹੜਾ ਯਾਨੀ ਕਿ ਤੁਹਾਡਾ 4th ਚੈਪਟਰ ਹੈ ਜਿਹੜਾ ਉਹ ਕਵਰ ਕਰਨ ਜਾ ਰਹੇ ਹਾਂ, ਸਟਾਰਟ ਕਰਨ ਜਾ ਰਹੇ ਹਾਂ। ਸੋ ਦੇਖੋ ਪਹਿਲਾਂ 4th ਚੈਪਟਰ ਦਾ ਨਾਮ ਸਰਵਿਸ ਸੈਕਟਰ ਐਂਡ ਬਿਜ਼ਨਸ। ਠੀਕ ਹੈ, ਸਰਵਿਸ ਸੈਕਟਰ ਕੀ ਹੈ ਅਤੇ ਵਪਾਰ ਜਾਣੀ ਕਿ ਬਿਜ਼ਨਸ ਕੀ ਹੈ। ਸਰਵਿਸ ਸੈਕਟਰ ਨੂੰ ਜਾਣੀ ਕਿ ਸੇਵਾ ਖੇਤਰ ਕਹਿ ਸਕਦੇ ਹਾਂ, ਜਿਹਦੇ ਵਿੱਚ ਆਪਾਂ ਨੂੰ ਕੋਈ ਵੀ ਸੇਵਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ। ਸੇਵਾਵਾਂ ਜਿਹੜੀਆਂ ਕਈ ਪ੍ਰਕਾਰ ਦੀਆਂ ਹੋ ਸਕਦੀਆਂ। ਠੀਕ ਹੈ, ਜਿਵੇਂ ਡਾਕਟਰ ਦੀ ਸਹੂਲਤ ਹੋ ਗਈ, ਕਿਸੇ ਨੇ ਆਪਾਂ ਨੂੰ ਹੈਲਪ ਕੀਤੀ, ਆਪਾਂ ਕਿਸੇ ਦੇ ਗੋਦਾਮ ਦੇ ਵਿੱਚ ਕੋਈ ਮਟੀਰੀਅਲ ਰੱਖਿਆ। ਠੀਕ ਹੈ, ਬੈਂਕ ਦੇ ਵਿੱਚ ਜਾਂਦੇ ਆਪਾਂ ਨੂੰ ਬੈਂਕ ਦੀਆਂ ਜਿਹੜੀਆਂ ਸੇਵਾਵਾਂ ਮਿਲਦੀਆਂ, ਪੈਸਾ ਜਮ੍ਹਾਂ ਕਰਾਉਣਾ, ਪੈਸਾ ਕਢਵਾਉਣਾ। ਠੀਕ ਹੈ, ਇਹ ਸਾਰੀਆਂ ਸਰਵਿਸਿਜ਼ ਨੇ। ਸੰਚਾਰ ਦੀ ਕੋਈ ਸੰਚਾਰ ਕਰ ਰਿਹਾ ਜਾਣੀ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਗੱਲ ਕਰ ਰਿਹਾ, ਉਹ ਸਰਵਿਸ ਆ। ਇਹ ਤਾਂ ਨਹੀਂ ਹੈ ਵੀ ਜਦੋਂ ਕੋਈ ਗੱਲ ਕਰ ਰਿਹਾ ਤਾਂ ਕੋਈ ਮਟੀਰੀਅਲ ਟਰਾਂਸਫਰ ਕੀਤਾ ਜਾਂਦਾ, ਕੋਈ ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜਿਆ ਜਾਂਦਾ, ਨਹੀਂ। ਉਹ ਕੀ ਹੋਣਗੀਆਂ, ਉਹ ਸਰਵਿਸਿਜ਼ ਹੋਣਗੀਆਂ, ਸੇਵਾਵਾਂ ਹੋਣਗੀਆਂ। ਹੁਣ ਆਪਾਂ ਗੱਲ ਕਰਦੇ ਹਾਂ ਕਿ ਸਰਵਿਸ ਸੈਕਟਰ ਦਾ ਅਸਲ ਅਰਥ ਜਿਹੜਾ ਉਹ ਕੀ ਹੋਏਗਾ। ਦੇਖੋ, ਸਰਵਿਸ ਸੈਕਟਰ ਆਲਸੋ ਨੋਨ ਐਜ਼ ਅ ਟੈਰੀਟਰੀ ਸੈਕਟਰ। ਇੱਕ ਤਰ੍ਹਾਂ ਦਾ ਟੈਰੀਟਰੀ ਸੈਕਟਰ ਵੀ ਕਿਹਾ ਜਾਂਦਾ। ਇਸ ਨੂੰ ਸੇਵਾਵਾਂ ਦਾ ਖੇਤਰ ਮੰਨਿਆ ਜਾਂਦਾ, ਜਿਹਦੇ ਵਿੱਚ ਆਪਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸੇਵਾਵਾਂ ਜਿਹੜੀਆਂ ਉਹ ਭੇਜੀਆਂ ਜਾਂਦੀਆਂ। ਅੱਗੇ ਦੇਖੋ, ਇੰਟੈਂਜੀਬਲ ਸਰਵਿਸਿਜ਼ ਇੰਸਟੈਡ ਆਫ ਪ੍ਰੋਡਿਊਸਿੰਗ ਗੁੱਡਸ। ਇਹਦੇ ਵਿੱਚ ਜਿਹੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਉਹ ਇੰਟੈਂਜੀਬਲ ਨੇਚਰ ਦੀਆਂ ਹੋਣਗੀਆਂ, ਯਾਨੀ ਕਿ ਅਸ਼ੋ ਨੇਚਰ ਦੀਆਂ ਹੋਣਗੀਆਂ, ਜਿਨ੍ਹਾਂ ਨੂੰ ਆਪਾਂ ਦੇਖ ਨਹੀਂ ਸਕਦੇ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਦੇਖ ਨਹੀਂ ਸਕਦੇ, ਟੱਚ ਨਹੀਂ ਕਰ ਸਕਦੇ। ਸੇਵਾਵਾਂ ਦਾ ਜਿਹੜਾ ਸੁਭਾਅ ਹੋਏਗਾ ਇੰਟੈਂਜੀਬਲ ਨੇਚਰ ਦਾ ਹੋਏਗਾ। ਠੀਕ ਹੈ, ਵੀ ਆਪਾਂ ਉਹਨਾਂ ਨੂੰ ਸਿਰਫ ਮਹਿਸੂਸ ਕਰ ਸਕਦੇ ਆ, ਜਾਣ ਸਕਦੇ ਵੀ ਆਪਾਂ ਨੂੰ ਕੋਈ ਸੇਵਾ ਦਿੱਤੀ ਗਈ, ਆਪਣੀ ਕੋਈ ਹੈਲਪ ਕੀਤੀ ਗਈ ਆ, ਨਾ ਕਿ ਆਪਾਂ ਕਿਸੇ ਸਮਾਨ ਦੀ ਤਰ੍ਹਾਂ ਉਹਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਿਜਾ ਸਕਦੇ ਹਾਂ ਜਾਂ ਉਹਨੂੰ ਮਸ਼ੀਨਾਂ ਦੀ ਮਦਦ ਨਾਲ ਬਣਾ ਸਕਦੇ ਹਾਂ। ਠੀਕ ਹੈ, ਤਾਂ ਫਸਟ ਦੇਖੋ ਅੱਜ ਆਪਾਂ ਗੱਲ ਕਰਨੀ ਆ ਕਿ ਇਹਦੇ ਕੋਈ ਫੀਚਰਸ ਨੇ। ਇੰਟੈਂਜੀਬਲ ਸਰਵਿਸ ਦੇ ਬਾਰੇ ਲਿਖਿਆ ਕਿ ਇਹਨੂੰ ਆਪਾਂ ਦੇਖ ਨਹੀਂ ਸਕਦੇ, ਟੱਚ ਨਹੀਂ ਕਰ ਸਕਦੇ, ਸਿਰਫ ਸਮਝਿਆ ਜਾ ਸਕਦਾ ਜਾਂ ਮਹਿਸੂਸ ਕੀਤਾ ਜਾ ਸਕਦਾ ਵੀ ਸੇਵਾਵਾਂ ਦਿੱਤੀਆਂ ਜਾ ਰਹੀਆਂ। ਨੈਕਸਟ ਹੈ ਫੀਚਰ ਆਫ ਸਰਵਿਸਿਜ਼। ਠੀਕ ਹੈ, ਸੇਵਾਵਾਂ ਦਾ ਸੁਭਾਅ ਕੀ ਹੋਏਗਾ ਆਪਾਂ ਉਹ ਦੇਖਣਾ। ਫਸਟ ਦੇਖੋ ਅਸ਼ੋ, ਇੰਟੈਂਜੀਬਿਲਿਟੀ ਦੀ ਗੱਲ ਹੋਈ ਆ, ਇੱਥੇ ਵੀ ਹੋਈ ਆ, ਇੱਥੇ ਥੋੜ੍ਹਾ ਡਿਟੇਲ 'ਚ ਦੇਖਦੇ ਹਾਂ ਕਿ ਅਸ਼ੋ ਮਤਲਬ ਕਿ ਇੰਟੈਂਜੀਬਿਲਿਟੀ ਹੋਣਗੀਆਂ ਸਰਵਿਸਿਜ਼। ਜਿਹੜਾ ਆਪਾਂ ਨੂੰ ਕੋਈ ਸੇਵਾ ਕਰਕੇ ਦੇ ਰਿਹਾ, ਕੋਈ ਸਹੂਲਤ ਪ੍ਰਦਾਨ ਕਰ ਰਿਹਾ, ਉਹ ਸਾਰੀਆਂ ਇੰਟੈਂਜੀਬਲ ਹੋਣਗੀਆਂ, ਯਾਨੀ ਕਿ ਅਸ਼ੋ ਹੋਣਗੀਆਂ। ਕੋਈ ਵੀ ਜਿਹੜਾ ਕਸਟਮਰ ਆ, ਠੀਕ ਹੈ, ਕੋਈ ਵੀ ਕੰਜ਼ਿਊਮਰ ਆ, ਉਹ ਉਹਨੂੰ ਦੇਖ ਨਹੀਂ ਸਕਦਾ, ਕੋਈ ਜੱਜਮੈਂਟ ਨਹੀਂ ਉਹਦੀ ਕਰ ਸਕਦਾ ਵੀ ਕੁਆਲਿਟੀ ਵਧੀਆ ਜਾਂ ਕੁਆਲਿਟੀ ਘਟੀਆ। ਇਹ ਨਹੀਂ ਕਹਿ ਸਕਦੇ ਵੀ ਦੋ ਸਰਵਿਸਿਜ਼ ਨੂੰ ਸਾਹਮਣੇ ਰੱਖ ਕੇ ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ ਵੀ ਇਹਦਾ ਕਲਰ ਇਸ ਤਰੀਕੇ ਦਾ, ਇਹਦਾ ਸਾਈਜ਼ ਇਸ ਤਰੀਕੇ ਦਾ, ਜਾਂ ਇਹਦੇ ਵਿੱਚ ਜ਼ਿਆਦਾ ਗੁਣ ਆ। ਠੀਕ ਹੈ, ਸਰਵਿਸ ਲੈਣ ਵਾਲੇ ਨੂੰ ਜਿਹੜਾ ਹੋਏਗਾ, ਸਰਵਿਸ ਕੋਈ ਲੈ ਰਿਹਾ ਕੰਜ਼ਿਊਮਰ, ਕੋਈ ਸਰਵਿਸ ਡਾਕਟਰ ਜਾਂ ਕਿਸੇ ਲਾਇਰ ਵੱਲੋਂ ਦਿੱਤੀ ਜਾ ਰਹੀ ਆ, ਤਾਂ ਉਹ ਸਿਰਫ ਮਹਿਸੂਸ ਕਰੇਗਾ ਕਿ ਹਾਂ ਮੈਨੂੰ ਉਹ ਸਰਵਿਸ ਦਾ ਫਾਇਦਾ ਹੋਇਆ ਕਿ ਨਹੀਂ। ਜਾਣੀ ਕਿ ਕੰਪੇਅਰ ਨਹੀਂ ਕਰ ਸਕਦੇ, ਕੋਈ ਜੱਜਮੈਂਟ ਨਹੀਂ ਕਰ ਸਕਦੇ। ਕਿਉਂਕਿ ਚੀਜ਼ਾਂ ਅਸ਼ੋ ਨੇ। ਠੀਕ ਹੈ, ਸਰਵਿਸ ਨੂੰ ਦੇਖਿਆ ਨਹੀਂ ਜਾ ਸਕਦਾ, ਛੋਇਆ ਨਹੀਂ ਜਾ ਸਕਦਾ। ਸੋ ਕੋਈ ਵੀ ਕਸਟਮਰ ਆ ਉਹਨੂੰ ਜੱਜ ਨਹੀਂ ਕਰ ਸਕਦਾ ਜਿੰਨਾ ਟਾਈਮ ਉਹਨੂੰ ਸਰਵਿਸ ਮਿਲ ਨਹੀਂ ਜਾਂਦੀ। ਕੋਈ ਪੇਸ਼ੈਂਟ ਆ, ਕੋਈ ਮਰੀਜ਼ ਆ, ਠੀਕ ਹੈ, ਉਹਨੂੰ ਸੇਵਾ ਦਿੱਤੀ ਜਾ ਰਹੀ ਹੈ, ਡਾਕਟਰ ਵੱਲੋਂ ਦਵਾਈ ਦਿੱਤੀ ਜਾ ਰਹੀ ਹੈ, ਉਹਦਾ ਇਲਾਜ ਕੀਤਾ ਜਾ ਰਿਹਾ, ਉਹ ਉਸ ਟਾਈਮ ਹੀ ਮਹਿਸੂਸ ਕਰੇਗਾ ਨਾ ਵੀ ਉਹਨੂੰ ਠੀਕ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ, ਜਦੋਂ ਉਹਦਾ ਇਲਾਜ ਕੀਤਾ ਜਾਏਗਾ। ਇਲਾਜ ਕਰਨ ਤੋਂ ਪਹਿਲਾਂ ਤਾਂ ਨਹੀਂ ਉਹ ਦੱਸ ਸਕਦਾ ਵੀ ਜਦੋਂ ਮੇਰਾ ਡਾਕਟਰ ਇਲਾਜ ਕਰੇਗਾ ਮੈਨੂੰ ਇਹ ਫਾਇਦਾ ਹੋਏਗਾ, ਮੈਨੂੰ ਇਹ ਨੁਕਸਾਨ ਹੋਏਗਾ, ਮੈਨੂੰ ਇਸ ਚੀਜ਼ ਦੇ ਜਿਹੜੇ ਸਿੰਪਟਮ ਆ ਉਹ ਆਉਣਗੇ। ਯਾਨੀ ਕਿ ਸਰਵਿਸ ਲੈਣ ਤੋਂ ਬਾਅਦ ਹੀ ਪਤਾ ਲੱਗਦਾ ਵੀ ਸਰਵਿਸ ਕਿਸ ਤਰੀਕੇ ਦੀ, ਉਹਦੀ ਕੁਆਲਿਟੀ ਕੀ ਆ। ਠੀਕ ਹੈ, ਸੇਮ ਪੁਆਇੰਟਸ ਨੇ ਕਿ ਕੋਈ ਉਹਨੂੰ ਐਕਸਪੀਰੀਅੰਸ ਹੀ ਕਰ ਸਕਦਾ, ਸਿਰਫ ਮਹਿਸੂਸ ਹੀ ਕਰ ਸਕਦਾ, ਕੋਈ ਉਹਨੂੰ ਟੱਚ ਨਹੀਂ ਕਰ ਸਕਦਾ ਸਰਵਿਸਿਜ਼ ਨੂੰ। ਲਾਇਰ ਔਰ ਡਾਕਟਰਸ ਦੀ ਸਰਵਿਸਿਜ਼ ਹੋ ਗਈਆਂ। ਟੀਚਰ ਜਿਹੜੇ ਟੀਚ ਕਰਦੇ ਆ ਉਹਨਾਂ ਦੀਆਂ ਵੀ ਸਰਵਿਸਿਜ਼ ਆ। ਟੀਚਰਸ ਤੁਹਾਨੂੰ ਕੋਈ ਮਟੀਰੀਅਲ ਨਹੀਂ ਪ੍ਰੋਵਾਈਡ ਕਰਦੇ ਵੀ ਜਿਹਨੂੰ ਖਾਣ ਦੇ ਨਾਲ ਜਾਂ ਜਿਹਨੂੰ ਦੇਖਣ ਦੇ ਨਾਲ ਤੁਸੀਂ ਕੁਝ ਸਮਝ ਸਕਦੇ ਹੋ। ਤੁਹਾਡੇ ਸਿਰਫ ਡਾਊਟਸ ਕਲੀਅਰ ਕੀਤੇ ਜਾ ਸਕਦੇ ਆ, ਤੁਹਾਨੂੰ ਸਿਰਫ ਇੱਕ ਜਾਣਕਾਰੀ ਦਿੱਤੀ ਜਾ ਸਕਦੀ ਹੈ। ਸਮਝਣਾ ਨਾ ਸਮਝਣਾ ਉਹ ਇੱਕ ਸਟੂਡੈਂਟ ਦੇ ਸਿਰ 'ਤੇ ਹੋ ਜਾਂਦਾ। ਠੀਕ ਹੈ, ਇਨਸੈਪਰੇਬਿਲਟੀ ਯਾਨੀ ਕਿ ਵੱਖ ਨਾ ਹੋਣਾ। ਸਰਵਿਸ ਦੇਣਾ ਔਰ ਜਿਹੜੀ ਸਰਵਿਸ ਪ੍ਰੋਵਾਈਡ ਕਰ ਰਿਹਾ, ਜਿਹਦੇ ਵੱਲੋਂ ਸਰਵਿਸ ਦਿੱਤੀ ਜਾ ਰਹੀ ਆ, ਉਹਦੇ ਤੋਂ ਅਲੱਗ ਨਹੀਂ ਕੀਤੀ ਜਾ ਸਕਦੀ। ਯਾਨੀ ਕਿ ਸਰਵਿਸ ਨੂੰ ਸਰਵਿਸ ਦੇਣ ਵਾਲੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਕਿਸ ਤਰੀਕੇ ਨਾਲ ਦੇਖੋ, ਕਿਉਂਕਿ ਜਿਹੜੀ ਸਰਵਿਸ ਆ ਉਹ ਇੱਕ ਇਨਸਾਨ ਵੱਲੋਂ ਦਿੱਤੀ ਜਾਂਦੀ ਆ। ਠੀਕ ਹੈ, ਔਰ ਜੇ ਆਪਾਂ ਕਹਿ ਦਈਏ ਵੀ ਸਰਵਿਸ ਨੂੰ ਇਨਸਾਨ ਤੋਂ ਅਲੱਗ ਕਰ ਦਿਓ ਤਾਂ ਇਹ ਪੋਸੀਬਲ ਹੀ ਨਹੀਂ ਆ, ਕਿਸੇ ਹਿਸਾਬ ਨਾਲ ਵੀ ਇਹ ਸੰਭਵ ਨਹੀਂ ਹੋਊਗਾ। ਕਿਉਂ? ਦੇਖੋ, ਡਾਕਟਰਸ ਚੈੱਕ ਦਾ ਪੇਸ਼ੈਂਟਸ ਐਂਡ ਪ੍ਰੋਵਾਈਡ ਸਰਵਿਸ ਫॉर ਟ੍ਰੀਟਮੈਂਟ। ਵੀ ਕੈਨ ਨਾਟ ਟੇਕ ਦੇਅਰ ਸਰਵਿਸ ਐਟ ਹੋਮ। ਹਾਂ, ਜੇ ਕੋਈ ਡਾਕਟਰ ਦਵਾਈ ਦਿੰਦਾ, ਠੀਕ ਹੈ, ਦਵਾਈ ਲੈਣ ਦੇ ਲਈ ਉਹਦੇ ਹੌਸਪੀਟਲ ਜਾਣਾ ਪੈਂਦਾ, ਉਹਦੇ ਕਲੀਨਿਕ ਜਾਣਾ ਪੈਂਦਾ, ਉਹਦੇ ਮੈਡੀਕਲ ਸ਼ਾਪ 'ਤੇ ਜਾਣਾ ਪੈਂਦਾ।
ਉਹ ਚੈੱਕਅਪ ਕਰਦਾ, ਠੀਕ ਹੈ, ਸਿੰਪਟਮ ਦੇਖਦਾ, ਨਿਸ਼ਾਨੀਆਂ ਦੇਖਦਾ ਵੀ ਕੀ ਪ੍ਰੋਬਲਮ ਆ, ਔਰ ਉਹ ਤੁਹਾਨੂੰ ਐਟ ਏ ਟਾਈਮ ਕੋਈ ਨਾ ਕੋਈ ਸਰਵਿਸ ਆ, ਕੋਈ ਦਵਾਈ ਆ, ਕੋਈ ਵੀ ਮੈਡੀਸਨ ਆ ਜਿਹੜੀ ਉਹ ਪ੍ਰੋਵਾਈਡ ਕਰ ਦਿੰਦੇ ਆ, ਔਰ ਉਹ ਤੁਸੀਂ ਉਹਨਾਂ ਦੀ ਜਿਹੜੀ ਹੈਲਪ ਆ ਸਰਵਿਸ ਲੈ ਕੇ ਉਹ ਵਾਪਸ ਘਰੇ ਆ ਸਕਦੇ ਹੋ। ਪਰ ਜੇ ਤੁਸੀਂ ਕਹੋ ਵੀ ਤੁਸੀਂ ਘਰੇ ਬੈਠੇ ਹੋ, ਡਾਕਟਰ ਆਪਦੀ ਸ਼ਾਪ 'ਤੇ ਬੈਠਾ, ਠੀਕ ਹੈ, ਤੁਸੀਂ ਕਹਿ ਦਿਓ ਵੀ ਡਾਕਟਰ ਮੈਂ ਟਰੀਟਮੈਂਟ ਕਰਾਉਣਾ, ਚੈੱਕਅਪ ਕਰਾਉਣਾ। ਹੁਣ ਡਾਕਟਰ ਸ਼ਾਪ 'ਤੇ ਬੈਠਾ ਤੁਹਾਡਾ ਟਰੀਟਮੈਂਟ ਨਹੀਂ ਕਰ ਸਕਦਾ, ਤੁਹਾਨੂੰ ਪ੍ਰੋਪਰ ਐਗਜ਼ਾਮਿਨ ਹੈ ਜਿਹੜਾ ਉਹ ਕਲੀਅਰ ਤਰੀਕੇ ਨਾਲ ਨਹੀਂ ਕਰ ਸਕਦਾ, ਠੀਕ ਹੈ। ਸ਼ੂਗਰ ਲੈਵਲ ਕੀ ਆ, ਬਲੱਡ ਪ੍ਰੈਸ਼ਰ ਕੀ ਆ, ਉਹ ਤਾਂ ਤੁਹਾਡੇ ਗਏ ਤੋਂ ਹੀ ਪਤਾ ਚੱਲੇਗਾ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਕੀ ਆ ਵੀ ਇਹ ਦੱਸ ਰਹੀ ਹੈ ਵੀ ਡਾਕਟਰ ਉਹਦੀ ਸਰਵਿਸ ਤੋਂ ਅਲੱਗ ਨਹੀਂ ਆ, ਵੀ ਜੇ ਸਰਵਿਸ ਦਿੱਤੀ ਜਾਊਗੀ ਤਾਂ ਨਾਲ ਡਾਕਟਰ ਵੀ ਹੋਏਗਾ, ਠੀਕ ਹੈ। ਡਾਕਟਰ ਵੱਲੋਂ ਹੀ ਸਰਵਿਸ ਦਿੱਤੀ ਜਾਊਗੀ, ਕੋਈ ਮਾਲਕੀਅਤ ਅਧਿਕਾਰ ਨਹੀਂ ਆ ਵੀ ਕੋਈ ਪੇਸ਼ੈਂਟ ਆਈ ਨਹੀਂ ਕਹਿ ਸਕਦਾ ਵੀ ਇਹ ਮੇਰੀ ਸਰਵਿਸ ਆ, ਵੀ ਇਹ ਡਾਕਟਰ ਨੇ ਮੈਨੂੰ ਦਿੱਤੀ ਹੈ ਤਾਂ ਮੈਂ ਹੀ ਘਰੇ ਲੈ ਕੇ ਜਾਊਂਗਾ। ਜਿਹੜਾ ਬੈਠਾ ਹੋਏਗਾ ਸਾਹਮਣੇ ਡਾਕਟਰਸ ਨੇ ਉਹਦਾ ਹੀ ਟਰੀਟਮੈਂਟ ਕਰਨਾ ਹੋਏਗਾ। ਨੈਕਸਟ ਹੈ ਸਟੋਰੇਜ ਯਾਨੀ ਕਿ ਕਿਸੇ ਵੀ ਤਰੀਕੇ ਦੀ ਸਰਵਿਸ ਨੂੰ ਜਮ੍ਹਾਂ ਨਹੀਂ ਕੀਤਾ ਜਾ ਸਕਦਾ। ਸਰਵਿਸ ਨੂੰ ਆਪਾਂ ਕਿਸੇ ਬਾਕਸ ਦੇ ਵਿੱਚ, ਕਿਸੇ ਪੈਕੇਟ ਦੇ ਵਿੱਚ, ਕਿਸੇ ਜਗ੍ਹਾ ਦੇ ਵਿੱਚ ਸੰਭਾਲ ਕੇ ਜਾਂ ਲੌਕ ਲਗਾ ਕੇ ਨਹੀਂ ਰੱਖ ਸਕਦੇ। ਟੈਂਜੀਬਲ ਮਟੀਰੀਅਲ ਆ, ਸਿਰਫ ਮਹਿਸੂਸ ਕੀਤਾ ਜਾ ਸਕਦਾ। ਇਹ ਕਹਿ ਸਕਦੇ ਹਾਂ ਕਿ ਚੀਜ਼ਾਂ ਨੂੰ ਕੀ ਆ ਇਨਵੈਂਟਰੀ ਕਰਨਾ, ਸਟੋਰੇਜ ਕਰਨਾ ਪੋਸੀਬਲ ਨਹੀਂ ਆ ਸਰਵਿਸਿਜ਼ ਦੇ ਕੇਸ ਵਿੱਚ, ਠੀਕ ਹੈ। ਅਗਰ ਆਪਾਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਸਰਵਿਸਿਜ਼ ਨੂੰ ਆਪਾਂ ਲਈਏ ਜਾਂ ਸਰਵਿਸਿਜ਼ ਨੂੰ ਯੂਜ਼ ਕਰੀਏ ਤਾਂ ਉਸ ਟਾਈਮ 'ਤੇ ਕਿਸੇ ਪਰਸਨ ਦਾ, ਇਨਸਾਨ ਦਾ ਹੋਣਾ ਜ਼ਰੂਰੀ ਆ। ਕੰਜ਼ੰਪਸ਼ਨ ਐਂਡ ਪ੍ਰੋਡਕਸ਼ਨ ਆਫ ਸਰਵਿਸਿਜ਼ ਸ਼ੁੱਡ ਬੀ ਐਟ ਸੇਮ ਟਾਈਮ, ਅਦਰਵਾਈਜ਼ ਬੋਥ ਵਿਲ ਬੀ ਮੀਨਿੰਗਲੈਸ। ਜਦੋਂ ਸਰਵਿਸ ਦਿੱਤੀ ਜਾ ਰਹੀ ਹੈ, ਜੇ ਉਸੇ ਟਾਈਮ 'ਤੇ ਕੋਈ ਇਨਸਾਨ ਲੈ ਰਿਹਾ ਹੈ ਤਾਂ ਹੀ ਫਾਇਦਾ ਹੈ, ਬਾਅਦ ਵਿੱਚ ਸਰਵਿਸ ਦਿੱਤੀ ਦਾ ਕੋਈ ਫਾਇਦਾ ਨਹੀਂ। ਐਕਸੀਡੈਂਟ ਹੋ ਜਾਂਦਾ ਰਸਤੇ 'ਚ ਕਿਸੇ ਦਾ, ਠੀਕ ਹੈ, ਉਸ ਟਾਈਮ 'ਤੇ ਉਹਨੂੰ ਟਰੀਟਮੈਂਟ ਦੀ ਜ਼ਰੂਰਤ ਆ, ਫਸਟ ਏਡ ਦੀ ਜ਼ਰੂਰਤ ਆ, ਠੀਕ ਹੈ। ਲਾਈਕ ਉਹਦੇ ਬਲੱਡ ਨਿਕਲ ਰਿਹਾ ਹੱਥਾਂ 'ਚੋਂ, ਪੈਰਾਂ 'ਚੋਂ, ਠੀਕ ਹੈ। ਤਾਂ ਜਿਹੜਾ ਕੋਈ ਆਸ-ਪਾਸ ਹੋਏਗਾ ਉਹਦਾ ਕੀ ਫਰਜ਼ ਬਣਦਾ ਕਿ ਫਟਾਫਟ ਉਹਦੇ ਜ਼ਖਮ 'ਤੇ ਪੱਟੀ ਬੰਨੇ, ਜੋ ਵੀ ਕੋਈ ਉਹਦੇ ਕੋਲ ਮਟੀਰੀਅਲ ਹੈ, ਠੀਕ ਹੈ, ਉਹਨੂੰ ਪਾਣੀ ਪਿਆਵੇ, ਉਹਨੂੰ ਜਗਾਈ ਰੱਖੇ ਵੀ ਉਹਨੂੰ ਕੋਈ ਪ੍ਰੋਬਲਮ ਨਾ ਹੋਵੇ, ਜਲਦੀ ਤੋਂ ਜਲਦੀ ਉਹਨੂੰ ਹੌਸਪੀਟਲ ਲੈ ਕੇ ਜਾਵੇ। ਉਸ ਟਾਈਮ 'ਤੇ ਉਹ ਸਰਵਿਸ ਦੀ ਵੈਲਿਊ ਆ, ਕਿਉਂਕਿ ਉਹਦੇ ਨਾਲ ਇਨਸਾਨ ਦੀ ਜਾਨ ਬਚ ਸਕਦੀ ਆ। ਪਰ ਜੇ ਇਨਸਾਨ ਜਦੋਂ ਕਾਫੀ ਤਕਲੀਫ ਦੇ ਵਿੱਚ ਆ, ਉਹਦੀ ਕਿਸੇ ਨੇ ਹੈਲਪ ਨਾ ਕੀਤੀ ਔਰ 3 ਜਾਂ 4 ਘੰਟੇ ਕਾਫੀ ਪੇਨ ਬਰਦਾਸ਼ਤ ਕਰਨ ਤੋਂ ਬਾਅਦ ਅਗਰ ਉਹਦੀ ਡੈਥ ਹੋ ਜਾਂਦੀ ਆ ਔਰ ਫਿਰ ਕੋਈ ਉਹਦੀ ਸਰਵਿਸ ਕਰ ਰਿਹਾ, ਫਿਰ ਉਹਦੀ ਕੋਈ ਹੈਲਪ ਕਰ ਰਿਹਾ, ਜ਼ਖਮ 'ਤੇ ਪੱਟੀ ਕਰ ਰਿਹਾ, ਉਹਨੂੰ ਹੌਸਪੀਟਲ ਲੈ ਕੇ ਜਾ ਰਿਹਾ, ਫਿਰ ਉਹਦਾ ਕੋਈ ਫਾਇਦਾ ਨਹੀਂ ਹੈ। ਜਦੋਂ ਸਰਵਿਸ ਚਾਹੀਦੀ ਹੈ, ਜਦੋਂ ਉਸ ਟਾਈਮ 'ਤੇ ਮਿਲੇ ਤਾਂ ਹੀ ਫਾਇਦਾ ਹੈ, ਉਸ ਤੋਂ ਬਾਅਦ ਲਈ ਜਾਂ ਦਿੱਤੀ ਗਈ ਸਰਵਿਸ ਦਾ ਕੋਈ ਫਾਇਦਾ ਨਹੀਂ ਹੈ। ਇਨਕਨਸਿਸਟੈਂਸੀ, ਇਕਸਾਰਤਾ, ਠੀਕ ਹੈ। ਸਰਵਿਸ ਆ ਜਿਹੜੀ ਉਹ ਇਕਸਾਰਤਾ ਨਹੀਂ ਹੋ ਸਕਦੀ, ਕਿਉਂਕਿ ਹਰੇਕ ਇਨਸਾਨ ਆ ਜਿਹੜਾ ਅਲੱਗ ਤਰੀਕੇ ਦਾ ਸੋਚਦਾ, ਹਰੇਕ ਇਨਸਾਨ ਦੇ ਕੋਲ ਅਲੱਗ ਤਰੀਕਾ ਹੈ ਹਰੇਕ ਕਿਸੇ ਨਾ ਕਿਸੇ ਨੂੰ ਸਰਵਿਸ ਪ੍ਰੋਵਾਈਡ ਕਰਨ ਦਾ। ਜਿਵੇਂ ਡਾਕਟਰ ਜਿਹੜੇ ਆ ਉਹਨਾਂ ਕੋਲ ਦੇਖਿਆ ਜਾਵੇ ਡਿਗਰੀ ਤਾਂ ਸਭ ਕੋਲ ਡਾਕਟਰਸ ਦੀ ਹੋਏਗੀ, ਜਿਹੜੇ ਆਪਣੀ ਹੌਸਪੀਟਲਸ ਦੇ ਵਿੱਚ ਕੰਮ ਕਰ ਰਹੇ, ਆਪਣੀ ਹੈਲਪ ਕਰ ਰਹੇ ਆ, ਮੈਡੀਸਨਸ ਦੇ ਰਹੇ ਆ, ਪੇਸ਼ੈਂਟਸ ਨੂੰ ਜਿਹੜਾ ਉਹਨਾਂ ਦੀ ਬਿਮਾਰੀਆਂ ਉਹਨਾਂ ਤੋਂ ਛੁਟਕਾਰਾ ਦਿਵਾ ਰਹੇ ਆ। ਪਰ ਹਰੇਕ ਡਾਕਟਰ ਦਾ ਅਲੱਗ ਤਰੀਕਾ ਹੋਏਗਾ ਆਪਣੇ ਮਰੀਜ਼ ਨੂੰ ਦੇਖਣ ਦਾ, ਉਹਨੂੰ ਦਵਾਈ ਦੇਣ ਦਾ, ਉਹਦੇ ਨਾਲ ਗੱਲ ਕਰਨ ਦਾ, ਠੀਕ ਹੈ। ਤਾਂ ਇਹ ਕਹਿ ਸਕਦੇ ਹਾਂ ਵੀ ਸਰਵਿਸ ਇਕਸਾਰਤਾ ਦੀ ਨਹੀਂ ਹੋਏਗੀ, ਜਿਵੇਂ ਜਿਵੇਂ ਇਨਸਾਨ ਬਦਲੇਗਾ ਉਵੇਂ ਉਵੇਂ ਸਰਵਿਸ ਹੈ ਜਿਹੜੀ ਉਹ ਬਦਲ ਜਾਏਗੀ। ਨੈਕਸਟ ਹੈ ਸ਼ਮੂਲੀਅਤ ਦਾ ਹੋਣਾ, ਯਾਨੀ ਕਿ ਯੂਜ਼ਰ ਪਾਰਟਿਸਪੈਂਟ। ਸਾਹਮਣੇ ਵਾਲੇ ਪਰਸਨ ਦਾ ਹੋਣਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਸਰਵਿਸ ਦਾ ਹੋਣਾ। ਜੇ ਕੋਈ ਇਨਸਾਨ ਬੈਠਾ ਹੀ ਨਾ ਹੋਊਗਾ ਤਾਂ ਸਰਵਿਸ ਕਿਹਨੂੰ ਦਿੱਤੀ ਜਾਏਗੀ। ਅਗਰ ਡਾਕਟਰ ਕਿਸੇ ਨੂੰ ਮੈਡੀਸਨ ਹੀ ਨਾ ਦਊਗਾ ਤਾਂ ਉਹ ਪੇਸ਼ੈਂਟ ਦਾ ਟਰੀਟਮੈਂਟ ਕਿਵੇਂ ਕਰੇਗਾ। ਮੰਨ ਲਓ ਕੋਈ ਟੀਚਰ ਕਲਾਸ ਦੇ ਵਿੱਚ ਟੀਚ ਕਰ ਰਿਹਾ, ਠੀਕ ਹੈ, ਸਿਰਫ ਬੈਂਚਿਸ ਹੀ ਪਏ ਆ, ਕੋਈ ਸਟੂਡੈਂਟ ਨਹੀਂ ਆ, ਤਾਂ ਉਹ ਬਹੁਤ ਹੀ ਐਨਰਜੀ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਟੀਚ ਕਰ ਰਿਹਾ। ਪਰ ਜਿੰਨਾ ਟਾਈਮ ਸਟੂਡੈਂਟ ਹੀ ਨਾ ਸੁਣਨਗੇ, ਜਿੰਨਾ ਟਾਈਮ ਕੋਈ ਹੋਏਗਾ ਹੀ ਨਹੀਂ ਕਲਾਸ ਦੇ ਵਿੱਚ, ਤਾਂ ਉਸ ਟਾਈਮ ਉਸ ਲੈਕਚਰ ਦਾ ਕੋਈ ਫਾਇਦਾ ਨਹੀਂ ਆ, ਠੀਕ ਹੈ। ਸੋ ਇਹ ਚੀਜ਼ ਕਹੀ ਜਾਂਦੀ ਹੈ ਕਿ ਜੇ ਸਰਵਿਸ ਦਿੱਤੀ ਜਾ ਰਹੀ ਹੈ ਤਾਂ ਸਾਹਮਣੇ ਕਿਸੇ ਦਾ ਬੈਠਾ ਹੋਣਾ, ਸਾਹਮਣੇ ਉਸ ਸਰਵਿਸ ਨੂੰ ਲੈਣ ਵਾਲਾ ਇਨਸਾਨ ਦਾ ਹੋਣਾ ਜ਼ਰੂਰੀ ਆ, ਫਿਰ ਹੀ ਸਰਵਿਸ ਆ ਜਿਹੜੀ ਉਹ ਮਿਲੇਗੀ। ਇੱਥੇ ਐਗਜ਼ਾਮਪਲ ਪਾਈ ਹੈ ਬੈਂਕਰਸ ਦੀ, ਵੀ ਜੇ ਬੈਂਕ ਦੇ ਵਿੱਚ ਤੁਸੀਂ ਸਰਵਿਸ ਲੈਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਬੈਂਕ ਦੇ ਵਿੱਚ ਅਸੀਂ ਪੈਸਾ ਜਮ੍ਹਾਂ ਕਰਾਈਏ, ਸਾਨੂੰ ਗਵਰਨਮੈਂਟ ਦੀ ਕੋਈ ਸਹੂਲਤ ਮਿਲੇ, ਗਵਰਨਮੈਂਟ ਸਾਡੇ ਲਈ ਕੋਈ ਜਿਹੜੀ ਸਕੀਮਸ ਆ ਉਹ ਪ੍ਰੋਵਾਈਡ ਕਰੇ, ਤਾਂ ਬੈਂਕ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਅਕਾਊਂਟ ਹੋਣਾ ਜ਼ਰੂਰੀ ਹੈ। ਜੇ ਤੁਸੀਂ ਬੈਂਕ ਦੀ ਸਰਵਿਸ ਲੈਣਾ ਚਾਹੁੰਦੇ ਹੋ ਨਾ, ਤਾਂ ਇਹਦਾ ਮਤਲਬ ਕੀ ਹੈ ਕਿ ਤੁਹਾਨੂੰ ਉੱਥੇ ਦਾਖਲਾ ਲੈਣਾ ਪਏਗਾ, ਯਾਨੀ ਕਿ ਆਪਣਾ ਅਕਾਊਂਟ ਆ ਜਿਹੜਾ ਓਪਨ ਕਰਵਾਉਣਾ ਪਏਗਾ, ਦਾਖਲ ਹੋਣਾ ਪਏਗਾ, ਸੇਮ ਐਜ਼, ਠੀਕ ਹੈ। ਫਲੈਕਸੀਬਲ ਡਿਮਾਂਡ ਦਾ ਇੱਥੇ ਆਏਗਾ ਕਿ ਜਿਹੜੀ ਮੰਗ ਆ ਉਹ ਲਚਕਦਾਰ ਹੋਣੀ ਚਾਹੀਦੀ ਹੈ। ਆਪਾਂ ਕਿਸੇ ਦੀ ਮੰਗ ਨੂੰ ਇਗਨੋਰ ਨਹੀਂ ਕਰ ਸਕਦੇ, ਉਹਦੀ ਮੰਗ ਨੂੰ ਆਪਾਂ ਡਿਨਾਈ ਨਹੀਂ ਕਰ ਸਕਦੇ। ਜਿਸ ਤਰੀਕੇ ਦੀ ਮੰਗ ਕੀਤੀ ਜਾਏਗੀ ਸਰਵਿਸ ਉਸ ਤਰੀਕੇ ਦੀ ਹੋਏਗੀ।
ਫੋਰ ਐਗਜ਼ਾਮਪਲ ਕੋਈ ਪੇਸ਼ੈਂਟ ਡਾਕਟਰ ਨੂੰ ਕਹਿ ਰਿਹਾ ਕਿ ਮੇਰਾ ਸਿਰ ਦਰਦ ਕਰਦਾ, ਠੀਕ ਹੈ, ਤਾਂ ਡਾਕਟਰ ਦਾ ਕੀ ਫਰਜ਼ ਬਣਦਾ ਕਿ ਉਹਨੂੰ ਮੈਡੀਸਨ ਦੇਵੇ, ਉਹਦੇ ਸਿਰ ਦਾ ਐਗਜ਼ਾਮਿਨ ਕਰੇ, ਨਾ ਕਿ ਉਹ ਸਿਰ ਨੂੰ ਛੱਡ ਕੇ ਉਹਦੇ ਪੇਟ ਦਾ ਐਗਜ਼ਾਮਿਨ ਕਰੇ, ਠੀਕ ਹੈ। ਜਿਸ ਜਗ੍ਹਾ 'ਤੇ ਜਿਸ ਚੀਜ਼ ਦੀ ਡਿਮਾਂਡ ਆ ਉਸ ਚੀਜ਼ ਦਾ ਜਿਹੜਾ ਟਰੀਟਮੈਂਟ ਆ ਉਹ ਕੀਤਾ ਜਾਣਾ ਚਾਹੀਦਾ, ਔਰ ਸਰਵਿਸ ਵੀ ਉਸ ਟਾਈਮ 'ਤੇ ਉਸ ਤਰੀਕੇ ਦੀ ਹੀ ਹੋਣੀ ਚਾਹੀਦੀ ਆ, ਠੀਕ ਹੈ। ਸੋ ਇਹ ਸੀ ਅੱਜ ਦੇ ਪੁਆਇੰਟਸ, ਕਾਫੀ ਇੰਟਰਸਟਿੰਗ ਨੇ। ਉਮੀਦ ਆ ਕਿ ਤੁਸੀਂ ਸਮਝੋਗੇ ਧਿਆਨ ਦੇ ਨਾਲ। ਕੋਈ ਵੀ ਦਿੱਕਤ, ਕੋਈ ਵੀ ਪ੍ਰੋਬਲਮ ਲੱਗੀ ਟੋਪਿਕ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ। ਥੈਂਕ ਯੂ, ਹੈਵ ਅ ਨਾਈਸ ਡੇ।